ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਭਾਰਤ ਵਿੱਚ ਫਸੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ 31 ਅਗਸਤ ਤੱਕ ਵਧੀ। ਡੋਨਾਲਡ ਟਰੰਪ ਦਾ ਅਕਾਊਂਟ ਫੇਸਬੁੱਕ ਨੇ 2 ਸਾਲ ਲਈ ਕੀਤਾ ਬੈਨ। ਪੰਜਾਬ ਕੈਬਨਿਟ ਤੇ ਪ੍ਰਦੇਸ਼ ਕਾਂਗਰਸ ਸੰਗਠਨ 'ਚ ਬਦਲਾਅ ਦੇ ਅਸਾਰ। ਡਿਪਟੀ ਸੀਐਮ ਵਜੋਂ ਸਰਕਾਰ 'ਚ ਪਰਤ ਸਕਦੇ ਹਨ ਸਿੱਧੂ। ਅਮਰੀਕਾ ਨੇ ਰੱਖਿਆ ਉਤਪਾਦਨ ਕਾਨੂੰਨ ਤੋਂ ਹਟਾਈ ਪਾਬੰਦੀ। ਮਿੱਤਰ ਦੇਸ਼ਾਂ ਨੂੰ 2.5 ਕਰੋੜ ਵੈਕਸੀਨ। ਅਮਰੀਕਾ ਕੋਵਿਡ-19 ਤੇ ਕਲੀਨਿਕਲ ਟ੍ਰਾਇਲ 'ਚ ਭਾਰਤੀ ਜਾਂਚਕਰਤਾਵਾਂ ਨੂੰ ਸ਼ਾਮਲ ਕਰਨ ਦਾ ਇੱਛੁਕ। ਡਾਕਟਰ ਫੌਚੀ। ਟੈਕਸਾਸ ਵਿੱਚ ਕਾਰ ਹਾਦਸੇ ਤੋਂ ਬਾਅਦ ਹੋਇਆ $3 ਮਿਲੀਅਨ ਤੋਂ ਵੱਧ ਦੀ ਕੋਕੀਨ ਦਾ ਪਰਦਾਫਾਸ਼। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਕੋਵਿਡ ਕਾਰਨ ਭਾਰਤ ਵਿੱਚ ਫਸੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ 31 ਅਗਸਤ ਤੱਕ ਵਧਾ ਦਿੱਤੀ ਹੈ। ਵੀਜ਼ੇ ਦੀ ਮਿਆਦ ਵਿੱਚ ਇਹ ਵਾਧਾ ਮੁਫਤ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਮਾਰਚ 2020 ਤੋਂ ਕੋਵਿਡ ਮਹਾਮਾਰੀ ਕਾਰਨ ਆਮ ਵਪਾਰਕ ਉਡਾਣਾਂ ਉਪਲਬਧ ਨਾ ਹੋਣ ਕਾਰਨ ਕਈ ਵਿਦੇਸ਼ੀ ਦੇਸ਼ 'ਚ ਫਸੇ ਹੋਏ ਹਨ ਜੋ ਜਾਇਜ਼ ਭਾਰਤੀ ਵੀਜ਼ੇ ਤੇ ਉਸ ਤਰੀਕ ਤੋਂ ਪਹਿਲਾਂ ਭਾਰਤ ਆਏ ਸਨ। ਤਾਲਾਬੰਦੀ ਕਾਰਨ ਅਜਿਹੇ ਵਿਦੇਸ਼ੀ ਨਾਗਰਿਕ ਸਾਹਮਣੇ ਆਪਣਾ ਵੀਜ਼ਾ ਵਧਾਉਣ 'ਚ ਹੋ ਰਹੀਆਂ ਦਿੱਕਤਾਂ ਨੂੰ ਧਿਆਨ 'ਚ ਰੱਖਦੇ ਹੋਏ ਗ੍ਰਹਿ ਮੰਤਰਾਲੇ ਨੇ 29 ਜੂਨ 2020 ਨੂੰ ਇੱਕ ਆਦੇਸ਼ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਅਜਿਹੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ 30 ਜੂਨ ਤੋਂ ਬਾਅਦ ਸਮਾਪਤ ਹੋਣ ਦੀ ਸਥਿਤੀ 'ਚ ਅਜਿਹੇ ਵਿਦੇਸ਼ੀ ਨਾਗਰਿਕਾਂ ਦਾ ਭਾਰਤੀ ਵੀਜ਼ਾ ਜਾਂ ਰਹਿਣ ਦੀ ਮਿਆਦ ਆਮ ਕੌਮਾਂਤਰੀ ਉਡਾਣਾਂ ਨੂੰ ਫਿਰ ਤੋਂ ਸ਼ੁਰੂ ਹੋਣ ਦੀ ਤਾਰੀਖ ਤੋਂ 30 ਦਿਨਾਂ ਤੱਕ ਮੁਫਤ ਆਧਾਰ ਤੇ ਜਾਇਜ਼ ਮੰਨੀ ਜਾਏਗੀ। ਫੇਸਬੁੱਕ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 2 ਸਾਲ ਲਈ ਆਪਣੇ ਪਲੇਟਫਾਰਮ ਤੇ ਬੈਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮਈ ਵਿੱਚ ਸੋਸ਼ਲ ਮੀਡੀਆ ਨੈਟਵਰਕ ਦੇ ਓਵਰਸਾਈਟ ਬੋਰਡ ਨੇ ਫੇਸਬੁੱਕ ਤੇ ਟਰੰਪ ਦੇ ਅਕਾਊਂਟ ਦੇ ਮੁਅੱਤਲ ਨੂੰ ਬਰਕਰਾਰ ਰੱਖਣ ਦੇ ਪੱਖ ਵਿੱਚ ਰਾਏ ਦਿੱਤੀ ਸੀ। 6 ਜਨਵਰੀ ਨੂੰ ਅਮਰੀਕੀ ਸੰਸਦ ਕੰਪਲੈਕਸ ਵਿੱਚ ਹੋਈ ਹਿੰਸਾ ਤੋਂ ਬਾਅਦ ਟਰੰਪ ਦੇ ਅਕਾਊਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਟਰੰਪ ਦੇ ਇਸ ਘਟਨਾ ਲਈ ਆਪਣੇ ਸਮਰਥਕਾਂ ਨੂੰ ਭੜਕਾਉਣ ਦੇ ਦੋਸ਼ ਲੱਗੇ ਸਨ। ਬੋਰਡ ਨੇ ਮਈ ਵਿੱਚ ਕਿਹਾ ਸੀ ਕਿ ਫੇਸਬੁੱਕ ਲਈ ਅਣਮਿੱਥੇ ਸਮੇਂ ਲਈ ਮੁਅੱਤਲ ਕਰਨ ਲਈ ਇੱਕ ਮਿਆਰੀ ਘੱਟ ਜੁਰਮਾਨਾ ਲਾਉਣਾ ਉਚਿਤ ਨਹੀਂ ਸੀ। ਉਸਨੇ ਕਿਹਾ ਕਿ ਫੇਸਬੁੱਕ ਕੋਲ 7 ਜਨਵਰੀ ਨੂੰ ਲਗਾਈ ਗਈ ਮਨਮਾਨੇ ਜੁਰਮਾਨੇ ਖਿਲਾਫ ਮੁੜ ਜਾਂਚ ਕਰ ਕੋਈ ਹੋਰ ਜੁਰਮਾਨਾ ਤੈਅ ਕਰਨ ਲਈ 6 ਮਹੀਨੇ ਦਾ ਸਮਾਂ ਹੈ, ਜਿਸ ਨਾਲ ਉਲੰਘਣਾ ਦੀ ਗੰਭੀਰਤਾ ਅਤੇ ਭਵਿੱਖ ਵਿੱਚ ਨੁਕਸਾਨ ਦੀ ਸੰਭਾਵਨਾ ਨਜ਼ਰ ਆਉਂਦੀ ਹੋਵੇ। ਬੋਰਡ ਨੇ ਕਿਹਾ ਸੀ ਕਿ ਫੇਸਬੁੱਕ ਜੇਕਰ ਟਰੰਪ ਦੇ ਅਕਾਊਂਟ ਨੂੰ ਬਹਾਲ ਕਰਨ ਦਾ ਫੈਸਲਾ ਕਰਦਾ ਹੈ ਤਾਂ ਕੰਪਨੀ ਨੂੰ ਅੱਗੇ ਹੋਣ ਵਾਲੇ ਉਲੰਘਣ ਦਾ ਤਤਕਾਲ ਪਤਾ ਲਗਾਉਣ ਵਿੱਚ ਸਮਰੱਥ ਹੋਣਾ ਚਾਹੀਦਾ ਹੈ। ਦੱਸ ਦਈਏ ਕਿ ਟਰੰਪ ਨੂੰ ਮਾਈਕਰੋ ਬਲਾਗਿੰਗ ਸਾਈਟ ਟਵਿੱਟਰ ਤੇ ਸਥਾਈ ਰੂਪ ਨਾਲ ਪਾਬੰਦੀਸ਼ੁਦਾ ਕੀਤਾ ਜਾ ਚੁੱਕਾ ਹੈ। ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਹੱਲ ਕਰਨ ਲਈ ਗਠਿਤ ਕਮੇਟੀ ਦੇ ਨਾਲ ਹੋਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਤੋਂ ਬਾਅਦ ਪਾਰਟੀ ਦੇ ਪ੍ਰਮੁੱਖ ਹਲਕਿਆਂ 'ਚ ਸੰਕਟ ਦਾ ਹੱਲ ਨਿਕਲਣ ਦੀ ਉਮੀਦ ਵੱਧ ਗਈ ਹੈ। ਸਮਝਿਆ ਜਾਂਦਾ ਹੈ ਕਿ ਕਮੇਟੀ ਦੇ ਸਾਹਮਣੇ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਦੇ ਨਵਜੋਤ ਸਿੰਘ ਸਿੱਧੂ ਸਮੇਤ ਵਿਰੋਧੀ ਕੌਮੇ ਦੇ ਆਗੂਆਂ ਦੇ ਜ਼ਿਆਦਾਤਰ ਦੋਸ਼ਾਂ ਦਾ ਸਬੂਤਾਂ ਸਮੇਤ ਤਕੜਾ ਜਵਾਬ ਦਿੱਤਾ, ਪਰ ਪੰਜਾਬ ਦੀਆਂ ਅਗਲੀਆਂ ਚੋਣਾਂ ਵਿੱਚ ਕਾਂਗਰਸ ਦੇ ਹਿੱਤ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਲਈ ਆਪਣਾ ਰੁਖ ਕੁਝ ਲਚੀਲਾ ਰੱਖਣ ਦਾ ਵੀ ਸੰਕੇਤ ਦਿੱਤਾ। ਦੱਸਿਆ ਜਾਂਦਾ ਹੈ ਕਿ ਰੇੜਕੇ ਦੇ ਹੱਲ ਲਈ ਕੈਪਟਨ ਪੰਜਾਬ ਕੈਬਨਿਟ ਤੇ ਪ੍ਰਦੇਸ਼ ਕਾਂਗਰਸ 'ਚ ਬਦਲਾਅ ਦੇ ਖਿਲਾਫ ਨਹੀਂ ਹਨ। ਪਾਰਟੀ ਦੇ ਅੰਦਰੂਨੀ ਸੰਕਟ ਨੂੰ ਲੈ ਕੇ ਕਾਂਗਰਸ ਲੀਡਰਸ਼ਿਪ ਹੁਣ ਸਿੱਧੂ ਤੇ ਦੂਜੇ ਵਿਰੋਧੀ ਖੇਮੇ ਦੇ ਆਗੂਆਂ ਨੂੰ ਪੰਜਾਬ ਕੈਬਨਿਟ ਤੇ ਕਾਂਗਰਸ ਸੰਗਠਨ 'ਚ ਐਡਜਸਟ ਕਰਨ ਦੇ ਫਾਰਮੂਲੇ ਤੇ ਗੱਲਬਾਤ ਕਰਨ ਲੱਗੀ ਹੈ। ਰਾਜ ਸਭਾ 'ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਦੀ ਅਗਵਾਈ ਵਾਲੀ 3 ਮੈਂਬਰੀ ਕਮੇਟੀ ਦੇ ਨਾਲ ਆਪਣੀ ਕਰੀਬ 3 ਘੰਟੇ ਤੱਕ ਚੱਲੀ ਮੀਟਿੰਗ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਗੱਲਬਾਤ ਦਾ ਵੇਰਵਾ ਤਾਂ ਨਹੀਂ ਦਿੱਤਾ, ਪਰ ਇਸ਼ਾਰਿਆਂ 'ਚ ਹੀ ਮੌਜੂਦ ਅੰਦਰੂਨੀ ਰੇੜਕੇ ਦਾ ਹੱਲ ਨਿਕਲਣ ਦਾ ਸੰਕੇਤ ਦਿੱਤਾ। ਉੱਥੇ ਪਾਰਟੀ ਹਾਈ ਕਮਾਨ ਨਾਲ ਜੁੜੇ ਸੂਤਰਾਂ ਨੇ ਵੀ ਪੁਸ਼ਟੀ ਕੀਤੀ ਕਿ ਕੈਪਟਨ ਨਾਲ ਚਰਚਾ ਦੌਰਾਨ ਖੜਗੇ ਸਮੇਤ ਕਮੇਟੀ ਦੇ ਮੈਂਬਰਾਂ ਨੇ ਸਿੱਧੂ ਤੇ ਹੋਰ ਨਾਰਾਜ਼ ਆਗੂਆਂ ਨੂੰ ਮਨਾਉਣ ਦੇ ਨਾਲ ਲੈ ਕੇ ਚੱਲਣ ਦੇ ਬਦਲਾਅ ਤੇ ਵੀ ਚਰਚਾ ਕੀਤੀ। ਸੂਤਰਾਂ ਨੇ ਕਿਹਾ ਕਿ ਮੰਤਰੀ ਮੰਡਲ 'ਚ ਫੇਰ ਬਦਲ ਕੀਤਾ ਜਾ ਸਕਦਾ ਹੈ ਤੇ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਨਾਲ ਦੁਬਾਰਾ ਸਰਕਾਰ 'ਚ ਲਿਆਂਦਾ ਜਾ ਸਕਦਾ ਹੈ। ਅਮਰੀਕਾ ਨੇ ਭਾਰਤ ਨੂੰ ਕੋਰੋਨਾ ਵੈਕਸੀਨ ਬਣਾਉਣ ਲਈ ਕੱਚਾ ਮਾਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਉਸੇ ਕਾਨੂੰਨ ਨੂੰ ਉਸਨੇ ਹਟਾ ਦਿੱਤਾ ਹੈ। ਇਸ ਕਾਨੂੰਨ ਦੇ ਹਟਣ ਨਾਲ ਹੁਣ ਭਾਰਤ ਨੂੰ ਕੋਵਿਡ ਵੈਕਸੀਨ ਬਣਾਉਣ ਲਈ ਲੋੜੀਂਦਾ ਕੱਚਾ ਮਾਲ ਮਿਲਣ ਦੀ ਸੰਭਾਵਨਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ 2.5 ਕਰੋੜ ਵੈਕਸੀਨ ਵੰਡ ਪਲਾਨ ਬਣਾਇਆ ਹੈ। ਇਸ ਵੰਡ ਪਲਾਨ ਦੇ ਤਹਿਤ ਹੁਣ ਭਾਰਤ ਨੂੰ ਵੱਡੀ ਮਾਤਰਾ 'ਚ ਵੈਕਸੀਨ ਮਿਲਣ ਦੀ ਉਮੀਦ ਜਾਗੀ ਹੈ। ਹਾਲਾਂਕਿ ਅਮਰੀਕਾ ਨੇ ਇਹ ਵੈਕਸੀਨ ਗੁਆਂਢੀ ਅਤੇ ਸਹਿਯੋਗੀ ਦੇਸ਼ਾਂ ਨੂੰ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਇਸੇ ਐਲਾਨ ਨਾਲ ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਦਾਅਵਾ ਕੀਤਾ ਹੈ ਕਿ ਭਾਰਤ ਇਸ ਵੈਕਸੀਨ ਵੰਡ ਪਲਾਨ 'ਚ ਇੱਕ ਹਿੱਸਾ ਹੋਵੇਗਾ।
ਵਾਸ਼ਿੰਗਟਨ ਦੁਨੀਆ ਭਰ ਵੱਧਦੇ ਕਰੋਨਾ ਮਾਮਲਿਆਂ ਤੇ ਭਾਰਤ ਸਮੇਤ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਦੀ ਲੋੜ ਨੂੰ ਧਿਆਨ 'ਚ ਰੱਖਦੇ ਹੋਏ ਗਲੋਬਲ ਪੱਧਰ ਤੇ 2.5 ਕਰੋੜ ਵੈਕਸੀਨ ਡੋਜ਼ ਦੀ ਪਹਿਲੀ ਖੇਪ ਨੂੰ ਵੰਡਣ ਲਈ ਤਿਆਰ ਹੈ। ਏਜੰਸੀ ਨੂੰ ਦਿੱਤੀ ਇੰਟਰਵਿਊ 'ਚ ਰਾਜਦੂਤ ਸੰਧੂ ਨੇ ਕਿਹਾ ਹੈ ਕਿ ਰਾਸ਼ਟਰਪਤੀ ਬਾਈਡਨ ਨੇ ਅੱਜ 2.5 ਕਰੋੜ ਵੈਕਸੀਨ ਦੀ ਗਲੋਬਲ ਵੰਡ ਯੋਜਨਾ ਦਾ ਐਲਾਨ ਕੀਤਾ। ਅਮਰੀਕਾ ਵੱਲੋਂ ਪਹਿਲਾਂ ਐਲਾਨੇ ਗਏ 8 ਕਰੋੜ ਵੈਕਸੀਨ ਵਿੱਚੋਂ ਇਹ ਪਹਿਲੀ ਖੇਪ ਹੈ। ਇਹਨਾਂ ਵੈਕਸੀਨਾਂ ਨੂੰ ਦੋ ਕੈਟਾਗਰੀ ਵਿੱਚ ਵੰਡਿਆ ਜਾਏਗਾ। ਪਹਿਲਾ ਕੋਵੈਕਸੀਨ ਮਹਿਲ ਦੇ ਮੱਧਮ ਨਾਲ ਅਤੇ ਦੂਸਰੇ ਸਿੱਧੇ ਗੁਆਂਢੀਆਂ ਅਤੇ ਸਹਿਯੋਗੀ ਮੁਲਕਾਂ ਨੂੰ। ਅਮਰੀਕਾ ਦੇ ਚੋਟੀ ਦੇ ਇਨਫੈਕਸ਼ਨ ਰੋਗ ਮਾਹਰ ਡਾਕਟਰ ਐਂਥਨੀ ਫਾਊਚੀ ਨੇ ਵੀਰਵਾਰ ਨੂੰ ਕਿਹਾ ਕਿ ਉਹਨਾਂ ਦਾ ਦੇਸ਼ ਕੋਵਿਡ-19 ਮੈਡੀਕਲ ਮੈਥਡ ਦੀ ਸੁਰੱਖਿਆ ਅਤੇ ਅਸਰ ਦੇ ਮੁਲਾਂਕਣ ਲਈ ਵੈਸ਼ਵਿਕ ਕਲੀਨਿਕਲ ਟ੍ਰਾਇਲ 'ਚ ਭਾਰਤੀ ਜਾਂਚਕਰਤਾਵਾਂ ਨੂੰ ਸ਼ਾਮਲ ਕਰਨ ਦਾ ਚਾਹਵਾਨ ਹੈ। ਡਾਕਟਰ ਫਾਊਚੀ ਨੇ ਕਿਹਾ ਕਿ ਅਮਰੀਕਾ ਦੇ ਐਲਰਜੀ ਅਤੇ ਇਨਫੈਕਸ਼ਨ ਰੋਗ ਸੰਸਥਾਨ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਇਨਫੈਕਸ਼ਨ ਡਿਸੀਜ਼ ਦਾ ਭਾਰਤ 'ਚ ਸਮਰੂਪ ਏਜੰਸੀਆਂ ਨਾਲ ਕੰਮ ਕਰਨ ਦਾ ਲੰਬਾ ਇਤਿਹਾਸ ਰਿਹਾ। ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਚੱਲੇ ਆ ਰਹੇ ਭਾਰਤ ਅਮਰੀਕਾ ਟੀਕਾ ਕਾਰਜ ਪ੍ਰੋਗਰਾਮ ਦੇ ਤਹਿਤ ਅਸੀਂ SARS-CoV-2 ਟੀਕਾ ਨਾਲ ਸੰਬੰਧਿਤ ਖੋਜ ਤੇ ਭਾਰਤ ਨਾਲ ਕੰਮ ਜਾਰੀ ਰੱਖਾਂਗੇ। ਅਸੀਂ ਕੋਵਿਡ-19 ਡਾਕਟਰੀ ਵਿਧੀ ਦੀ ਸੁਰੱਖਿਆ ਅਤੇ ਅਸਰ ਦੇ ਮੁਲਾਂਕਣ ਲਈ ਗਲੋਬਲ ਕਲੀਨਿਕਲ ਟ੍ਰਾਇਲ 'ਚ ਭਾਰਤੀ ਜਾਂਚਕਰਤਾਵਾਂ ਨੂੰ ਵੀ ਸ਼ਾਮਲ ਕਰਨ ਲਈ ਇੱਛੁਕ ਹਾਂ। ਅਮਰੀਕਾ ਵਿੱਚ ਪੁਲਿਸ ਦੁਆਰਾ ਦੋ ਵਾਹਨਾਂ ਵਿਚਕਾਰ ਹੋਈ ਟੱਕਰ ਤੋਂ ਬਾਅਦ ਲੱਖਾਂ ਡਾਲਰ ਦੀ ਕੋਕੀਨ ਜ਼ਬਤ ਕੀਤੀ ਗਈ। ਇਹ ਘਟਨਾ ਸਾਊਥ ਟੈਕਸਾਸ ਵਿੱਚ ਮੈਮੋਰੀਅਲ ਡੇ ਦੌਰਾਨ ਵਾਪਰੀ। ਇਸ ਸੰਬੰਧੀ ਪੁਲਿਸ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਤੋਂ ਬਾਅਦ 30 ਲੱਖ ਡਾਲਰ ਤੋਂ ਵੱਧ ਦੇ ਨਸ਼ੇ ਦੇ ਕਬਜ਼ੇ ਵਿੱਚ ਲੈ ਲਏ ਗਏ ਹਨ। ਟੈਕਸਾਸ ਡਿਪਾਰਟਮੈਂਟ ਆਫ ਸੇਫਟੀ ਦੇ ਅਨੁਸਾਰ ਇਸ ਹਾਦਸੇ ਵਿੱਚ ਸ਼ਾਮਲ ਇੱਕ BMW ਕਾਰ ਦੀ ਡਿੱਗੀ ਵਿੱਚੋਂ ਕੋਕੀਨ ਦੇ 70 ਬੰਡਲ 3 ਬੈਗਾਂ ਵਿੱਚੋਂ ਬਰਾਮਦ ਕੀਤੇ ਗਏ ਹਨ। ਨਸ਼ਿਆਂ ਦੀ ਇਹ ਖੇਪ ਰੀਓ ਗ੍ਰਾਂਡੇ ਸਿਟੀ ਦੇ ਪੱਛਮ ਵਿੱਚ ਇੱਕ ਹਾਦਸੇ ਤੋਂ ਬਾਅਦ ਪ੍ਰਾਪਤ ਹੋਈ ਹੈ। ਇਹ ਨਸ਼ਿਆਂ ਦੀ ਕੀਮਤ 3.3 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦੱਸੀ ਜਾ ਰਹੀ ਹੈ ਤੇ ਬੈਗਾਂ ਦਾ ਭਾਰ 180 ਪੌਂਡ ਸੀ। BMW ਦਾ ਡਰਾਈਵਰ ਨੂੰ ਨਸ਼ਿਆਂ ਦੇ ਕਬਜ਼ੇ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਅਨੁਸਾਰ ਡਰਾਈਵਰ ਦੀ ਪਛਾਣ ਨਹੀਂ ਹੋ ਸਕੀ ਅਤੇ ਇਹ ਅਜੇ ਅਸਪਸ਼ਟ ਹੈ ਕਿ ਸੋਮਵਾਰ ਨੂੰ ਜ਼ਬਤ ਕੀਤੀਆਂ ਗਈਆਂ ਇਹ ਨਸ਼ੀਲੀਆਂ ਦਵਾਈਆਂ ਕਿੱਥੋਂ ਆਈਆਂ ਸਨ। ਇਸ ਮਾਮਲੇ ਦੀ ਅਧਿਕਾਰੀਆਂ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਅਮਰੀਕਾ ਮੈਕਸੀਕੋ ਸਰਹੱਦ ਰਾਹੀਂ ਅਮਰੀਕਾ 'ਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗਰਮ ਰੁੱਤ ਦੌਰਾਨ ਇਹ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ, ਜਿਸ ਕਾਰਨ ਸਰਹੱਦ ਉੱਪਰ ਹੋਰ ਜਵਾਨ ਤਾਇਨਾਤ ਕੀਤੇ ਗਏ ਨੇ। ਅਮਰੀਕਾ 'ਚ ਦਾਖਲ ਹੋਣ ਵਾਲਿਆਂ 'ਚ ਜ਼ਿਆਦਾਤਰ ਬਾਲਗ ਹੁੰਦੇ ਹਨ। ਇਹ ਲੋਕ ਮਾਰਥਲ ਖੇਤਰ ਦੇ ਟੇਢੇ-ਮੇਢੇ ਪਹਾੜੀ ਰਸਤਿਆਂ ਰਾਹੀਂ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ। ਇਹ ਕੋਸ਼ਿਸ਼ ਦੌਰਾਨ ਅੱਤ ਦੀ ਗਰਮੀ ਕਾਰਨ ਕਈਆਂ ਦੀ ਮੌਤ ਹੋ ਜਾਂਦੀ ਹੈ। ਰੂਰਲ ਬਰੁਕਸ ਕਾਉਂਟੀ ਟੈਕਸਾਸ ਦੇ ਡਿਪਟੀ ਸ਼ੈਰਿਫ ਟੌਨ ਵਾਈਟ ਅਨੁਸਾਰ ਇਸ ਸਾਲ 34 ਲਾਸ਼ਾਂ ਮਿਲੀਆਂ ਹਨ। ਇਹ ਲੋਕ 100 ਡਿਗਰੀ ਤਾਪਮਾਨ ਤੇ ਸਖਤ ਹਾਲਾਤ ਦਾ ਸਾਹਮਣਾ ਨਹੀਂ ਕਰ ਸਕੇ ਤੇ ਦਮ ਤੋੜ ਗਏ। ਉਹਨਾਂ ਨੇ ਕਿਹਾ ਕਿ ਮੈਂ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲਿਆਂ ਦੀ ਵਧੀ ਗਿਣਤੀ ਨੂੰ ਵੇਖ ਕੇ ਹੈਰਾਨ ਹਾਂ। ਇਸ ਸਾਲ ਇਕੱਲੇ ਅਪ੍ਰੈਲ ਮਹੀਨੇ 'ਚ ਰੱਖਿਆ ਅਧਿਕਾਰੀਆਂ ਨੇ 1,11,000 ਤੋਂ ਵੱਧ ਨਾਬਾਲਗਾਂ ਨੂੰ ਹਿਰਾਸਤ 'ਚ ਲਿਆ। ਪਿਛਲੇ ਇੱਕ ਦਹਾਕੇ ਦੌਰਾਨ ਇੱਕ ਮਹੀਨੇ 'ਚ ਅਮਰੀਕਾ 'ਚ ਦਾਖਲ ਹੋਣ ਵਾਲਿਆਂ ਦੀ ਇਹ ਗਿਣਤੀ ਸਭ ਤੋਂ ਵੱਧ ਹੈ। ਇਹ ਲੋਕ ਅਮਰੀਕਾ 'ਚ ਦਾਖਲ ਹੋਣ ਉਪਰੰਤ ਮਨੁੱਖੀ ਆਧਾਰ ਤੇ ਰੱਖਿਆ ਦੀ ਮੰਗ ਕਰਦੇ ਹਨ। ਮੁੱਢਲੇ ਇਨਫੋਰਸਮੈਂਟ ਅੰਕੜਿਆਂ ਅਨੁਸਾਰ ਮਈ ਮਹੀਨੇ 'ਚ ਇਹ ਗਿਣਤੀ ਹੋਰ ਵਧੀ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਕੰਮਾਂ ਵਾਲੀਆਂ ਥਾਵਾਂ ਤੇ ਕਾਮਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਬਣਾਏ ਗਏ ਸਰਕਾਰੀ ਵਿਭਾਗ ਵਰਕ ਸੇਫ BC ਨੇ ਆਕੂਪੇਸ਼ਨਲ ਹੈਲਥ ਐਂਡ ਸੇਫਟੀ ਰੈਗੂਲੇਸ਼ਨ ਵਿੱਚ ਤਬਦੀਲੀ ਕਰਦੇ ਹੋਏ ਕੰਮ ਵਾਲੀਆਂ ਕੁਝ ਖਾਸ ਥਾਵਾਂ ਤੇ ਦਸਤਾਰਧਾਰੀ ਸਿੱਖਾਂ ਨੂੰ ਕੰਮ ਕਰਦੇ ਸਮੇਂ ਲੋ ਟੋਪ ਪਹਿਨਣ ਤੋਂ ਛੋਟ ਦੇ ਦਿੱਤੀ ਹੈ। ਇਹ ਨਵੇਂ ਨਿਯਮ ਸਤੰਬਰ ਤੋਂ ਲਾਗੂ ਹੋਣਗੇ, ਪਰ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਿੱਥੇ ਕਾਮੇ ਦੇ ਸਿਰ ਤੇ ਸੱਟ ਲੱਗਣ ਦਾ ਖਤਰਾ ਜ਼ਿਆਦਾ ਹੋਵੇਗਾ ਤਾਂ ਸੰਬੰਧਿਤ ਅਦਾਰੇ ਦੇ ਮਾਲਕ ਨੂੰ ਇਹ ਖੁੱਲ੍ਹ ਹੋਵੇਗੀ ਕਿ ਉਹ ਕਾਮੇ ਨੂੰ ਲੋ ਟੋਪ ਪਹਿਨਣ ਵਾਸਤੇ ਕਹਿ ਸਕਦਾ ਹੈ। ਸੂਬੇ ਦੇ ਕਿਰਤ ਮੰਤਰੀ ਹਰਕਵਲ ਸਿੰਘ ਹੈਰੀ ਬੈਂਸ ਨੇ ਦੱਸਿਆ ਕਿ ਦਸਤਾਰਧਾਰੀ ਸਿੱਖ ਕਿਰਤੀਆਂ ਦੀ ਇਹ ਮੰਗ ਸੀ ਕਿ ਬਹੁਤ ਸਾਰੇ ਅਦਾਰਿਆਂ ਦੇ ਮਾਲਕ ਉਹਨਾਂ ਸਾਰੇ ਹੀ ਕਾਮਿਆਂ ਨੂੰ ਲੋ ਟੋਪ ਪਾਉਂਦੇ ਹਨ ਜਿੱਥੇ ਸੱਟ ਲੱਗਣ ਦਾ ਬਿਲਕੁਲ ਕੋਈ ਖਤਰਾ ਨਹੀਂ ਹੁੰਦਾ। 2019 ਵਿੱਚ ਉਹਨਾਂ ਨੇ ਵਰਕ ਸੇਫ BC ਨੂੰ ਇਸ ਤੇ ਗੌਰ ਕਰਨ ਲਈ ਬੇਨਤੀ ਕੀਤੀ ਸੀ, ਜੋ ਹੁਣ ਪ੍ਰਵਾਨ ਕਰ ਲਈ ਗਈ ਹੈ। ਅਮਰੀਕਾ 'ਚ ਵਾਲਮਾਰਟ ਇਸ ਸਾਲ ਦੇ ਅੰਤ ਤੱਕ ਆਪਣੇ ਤਕਰੀਬਨ 7,40,000 ਕਰਮਚਾਰੀਆਂ ਨੂੰ ਮੁਫਤ ਸੈਮਸੰਗ ਕੰਪਨੀ ਦੇ ਸਮਾਰਟਫੋਨ ਦੇਵੇਗਾ। ਇਹਨਾਂ ਸਮਾਰਟਫੋਨਸ ਦੀ ਵਰਤੋਂ ਕਰਮਚਾਰੀਆਂ ਵੱਲੋਂ ਇੱਕ ਨਵੀਂ ਐਪ ਦੀ ਵਰਤੋਂ ਕਰਨ ਲਈ ਕੀਤੀ ਜਾਵੇਗੀ। ਸੈਮਸੰਗ ਦੇ ਗੈਲੈਕਸੀ XCover Pro ਫੋਨ ਦੀ ਵਰਤੋਂ ਨਿੱਜੀ ਕੰਮਾਂ ਲਈ ਵੀ ਕੀਤੀ ਜਾ ਸਕਦੀ ਹੈ ਅਤੇ ਇਸ ਫੋਨ ਦੀ ਕੀਮਤ ਇਸ ਸਮੇਂ $499 ਹੈ।
ਕੰਪਨੀ ਵੱਲੋਂ ਆਪਸ 'ਚ ਤਾਲਮੇਲ ਕਰਨ ਅਤੇ ਹੋਰ ਕੰਮਾਂ ਨੂੰ ਸੌਖਾ ਕਰਨ ਲਈ ਬਣਾਈ ਗਈ ਨਵੀਂ ਐਪਲੀਕੇਸ਼ਨ Me@Walmart ਦੀ ਵਰਤੋਂ ਇਸ ਫੋਨ ਤੇ ਕੀਤੀ ਜਾ ਸਕੇਗੀ। ਇਸ ਐਪ ਦੀ ਵਰਤੋਂ ਨਾਲ ਕੰਪਨੀਆਂ ਦੇ ਸਹਿਯੋਗੀਆਂ ਅਤੇ ਕਰਮਚਾਰੀਆਂ ਦਾ ਸਮਾਂ ਬਚੇਗਾ ਅਤੇ ਉਹਨਾਂ ਨੂੰ ਵਧੇਰੇ ਨਿਪੁੰਨ ਬਣਨ ਵਿੱਚ ਮਦਦ ਮਿਲੇਗੀ। Walmart ਨੇ ਕਿਹਾ ਕਿ ਹੁਣ ਤੱਕ Walmart ਸਟੋਰਾਂ ਦੇ ਸਹਿਯੋਗੀ ਹੈਂਡ ਹੋਲਡ ਉਪਕਰਨਾਂ ਦੀ ਵਰਤੋਂ ਕਰਦੇ ਸਨ, ਜਿਨ੍ਹਾਂ ਨਾਲ ਉਹ ਗੱਲਬਾਤ ਕਰਦੇ ਸਨ, ਪਰ ਹੁਣ ਕਰਮਚਾਰੀ ਸਮਾਰਟਫੋਨਸ ਨਾਲ ਸ਼ੁਰੂਆਤ ਕਰਨਗੇ। ਡੇਲਾਵੇਅਰ ਵਿੱਚ ਇੱਕ ਘਰੇਲੂ ਝਗੜੇ ਦੀ ਸੂਚਨਾ ਮਿਲਣ ਉਪਰੰਤ ਕਾਰਵਾਈ ਕਰਨ ਗਏ ਵਿਲਮਿੰਗਟਨ ਪੁਲਿਸ ਦੇ 3 ਅਧਿਕਾਰੀਆਂ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੀ ਘਟਨਾ ਵਾਪਰੀ ਹੈ। ਇਸ ਹਮਲੇ ਬਾਰੇ ਵਿਲਮਿੰਗਟਨ ਪੁਲਿਸ ਨੇ ਦੱਸਿਆ ਕਿ ਸਮੀਰਨਾ ਡੇਲਾਵੇਅਰ ਦੇ 31 ਸਾਲਾ ਵਿਅਕਤੀ ਬਰਨਾਰਡ ਗੁਡਵਿਨ ਨੇ ਘਰੇਲੂ ਝਗੜੇ ਦੀ ਸੂਚਨਾ ਤੇ ਕਾਰਵਾਈ ਕਰਨ ਗਏ ਅਧਿਕਾਰੀਆਂ ਤੇ ਗੋਲਾਬਾਰੀ ਕੀਤੀ ਸੀ, ਜਿਸ ਉਪਰੰਤ ਵੀਰਵਾਰ ਸਵੇਰੇ 12 ਘੰਟਿਆਂ ਬਾਅਦ ਇਸ ਵਿਅਕਤੀ ਨੂੰ ਜ਼ਖਮੀ ਹਾਲਾਤ ਵਿੱਚ ਮ੍ਰਿਤਕ ਪਾਇਆ ਗਿਆ। ਪੁਲਿਸ ਨੇ ਦੱਸਿਆ ਕਿ ਜ਼ਖਮੀ ਹੋਏ 3 ਅਧਿਕਾਰੀਆਂ ਨੂੰ ਸਥਿਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਬੁੱਧਵਾਰ ਸਵੇਰੇ 9:30 ਵਜੇ ਪੁਲਿਸ ਨੂੰ ਇੱਕ ਘਰੇਲੂ ਝਗੜੇ ਬਾਰੇ 911 ਦੀ ਕਾਲ ਆਉਣ ਉਪਰੰਤ ਸ਼ੁਰੂ ਹੋਈ। ਇਸ ਬਾਰੇ ਕਾਰਵਾਈ ਕਰਦਿਆਂ ਪੁਲਿਸ ਨੇ ਇਸ ਘਰੇਲੂ ਝਗੜੇ ਵਿੱਚ ਸ਼ਾਮਲ ਪੁਰਸ਼ ਗੁਡਵਿਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਅਧਿਕਾਰੀ ਵਿਲਮਿੰਗਟਨ ਅਪਾਰਟਮੈਂਟ ਵਿੱਚ ਗਏ ਤਾਂ ਗੁਡਵਿਨ ਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਸਥਿਤੀ ਨੂੰ ਕਾਬੂ ਕਰਨ ਲਈ ਇੱਕ ਘੇਰਾ ਪਾਇਆ ਅਤੇ ਗੁਡਵਿਨ ਨਾਲ ਤਕਰੀਬਨ 12 ਘੰਟਿਆਂ ਤੱਕ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਕਾਰਵਾਈ ਦੌਰਾਨ ਸ਼ਹਿਰ ਦੇ ਕਈ ਰਸਤੇ ਬੰਦ ਕਰ ਦਿੱਤੇ ਗਏ ਸਨ। ਵੀਰਵਾਰ ਸਵੇਰੇ ਜਦੋਂ ਪੁਲਿਸ ਗੁਡਵਿਨ ਦੇ ਕਮਰੇ ਵਿੱਚ ਦਾਖਲ ਹੋਈ ਸੀ ਤਾਂ ਉਸ ਨੂੰ ਮ੍ਰਿਤਕ ਪਾਇਆ ਗਿਆ। ਪੁਲਿਸ ਦੁਆਰਾ ਉਸ ਦੀ ਬੰਦੂਕ ਨੂੰ ਘਟਨਾ ਵਾਲੀ ਥਾਂ ਤੋਂ ਬਰਾਮਦ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੈਨੇਡਾ ਦੇ ਕਈ ਰਾਜਾਂ ਵਿੱਚ ਲਾਕਡਾਊਨ ਕਾਰਨ ਪਿਛਲੇ ਮਹੀਨੇ ਰੋਜ਼ਗਾਰ ਦੇ 68,000 ਮੌਕੇ ਖਤਮ ਹੋ ਗਏ ਅਤੇ ਬੇਰੁਜ਼ਗਾਰੀ ਦਰ ਮਾਮੂਲੀ ਵਾਧੇ ਨਾਲ 8.2% ਹੋ ਗਈ। ਆਰਥਿਕ ਮਾਹਰਾਂ ਵੱਲੋਂ ਮਈ ਮਹੀਨੇ ਦੌਰਾਨ 20 ਤੋਂ 25,000 ਨੌਕਰੀਆਂ ਖਤਮ ਹੋਣ ਦਾ ਅੰਦਾਜ਼ਾ ਲਾਇਆ ਗਿਆ, ਪਰ ਅੰਕੜਾ 70,000 ਦੇ ਨੇੜੇ ਪਹੁੰਚ ਗਿਆ। ਮਹਾਮਾਰੀ ਤੋਂ ਪਹਿਲਾਂ ਵਾਲੇ ਸਮੇਂ ਦੇ ਮੁਕਾਬਲੇ ਇਸ ਵੇਲੇ ਕੈਨੇਡਾ ਵਿੱਚ 5,71,000 ਨੌਕਰੀਆਂ ਦੀ ਕਮੀ ਹੈ, ਜੋ ਰੋਜ਼ਗਾਰ ਦੇ ਕੁੱਲ ਮੌਕਿਆਂ ਦਾ 3 ਬਣਦੀ ਹੈ। ਸਟੈਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਮੁਲਕ ਵਿੱਚ ਬੇਰੁਜ਼ਗਾਰੀ ਦਰ 11% ਦੇ ਨੇੜੇ ਪਹੁੰਚ ਜਾਵੇ, ਜੋ ਲੋਕ ਵੀ ਰੋਜ਼ਗਾਰ ਦੀ ਭਾਲ ਵਿੱਚ ਨਿਕਲ ਪੈਣ, ਵਿਹਲੇ ਬੈਠੇ ਹਨ ਜਾਂ ਛੋਟਾ-ਮੋਟਾ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਨੇ। ਕੋਵਿਡ-19 ਦੀ ਉਤਪਤੀ ਦੀ ਨਵੇਂ ਸਿਰ ਤੋਂ ਜਾਂਚ ਲਈ ਗਲੋਬਲ ਦਬਾਅ ਵਿਚਕਾਰ ਕੈਨੇਡਾ ਦੀ ਸੰਸਦ ਨੇ ਜਨਤਕ ਸਿਹਤ ਏਜੰਸੀ, ਹੋਰ ਜਾਨਲੇਵਾ ਵਾਇਰਸਾਂ ਅਤੇ 2 ਵਿਗਿਆਨੀਆਂ ਦੀ ਗੋਲੀਬਾਰੀ ਨਾਲ ਸੰਬੰਧਿਤ ਮਾਮਲੇ ਤੇ ਚੀਨ ਦੇ ਸਹਿਯੋਗ ਨਾਲ ਸੰਬੰਧਿਤ ਗੈਰ ਪ੍ਰਮਾਣਿਤ ਦਸਤਾਵੇਜ਼ ਸੌਂਪਣ ਦਾ ਆਦੇਸ਼ ਦਿੱਤਾ। ਸਪੁਤਨਿਕ ਮੁਤਾਬਕ ਹਾਊਸ ਆਫ ਕਾਮਨਸ ਨੇ ਵੀਰਵਾਰ ਨੂੰ ਕੈਨੇਡਾ ਦੀ ਜਨਤਕ ਸਿਹਤ ਏਜੰਸੀ ਨੂੰ ਵਿਨੀਪੈਗ ਵਿੱਚ ਨੈਸ਼ਨਲ ਮਾਈਕਰੋਬਾਇਓਲੋਜੀ ਲੈਬ ਤੋਂ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਵਿੱਚ ਇਬੋਲਾ ਅਤੇ ਹੈਨੀਪਾ ਵਾਇਰਸ ਦੇ ਟ੍ਰਾਂਸਫਰ ਅਤੇ ਬਾਅਦ ਵਿੱਚ DRS ਦੀ ਬਰਖਾਸਤਗੀ ਨਾਲ ਸੰਬੰਧਿਤ ਗੈਰ ਪ੍ਰਮਾਣਿਤ ਦਸਤਾਵੇਜ਼ਾਂ ਨੂੰ ਸੌਂਪਣ ਲਈ ਦਬਾਅ ਪਾਉਣ ਲਈ ਹਾਊਸ ਆਫ ਕਾਮਨਸ ਦੇ 179 ਤੋਂ 140 ਮੈਂਬਰਾਂ ਨੇ VOTING ਕੀਤੀ। ਜ਼ਿਕਰਯੋਗ ਹੈ ਕਿ ਸਿਹਤ ਏਜੰਸੀ ਨੇ ਪਹਿਲਾਂ ਕੈਨੇਡਾ ਚੀਨ ਸੰਬੰਧਾਂ ਤੇ ਵਿਸ਼ੇਸ਼ ਕਮੇਟੀ ਨੂੰ ਦਸਤਾਵੇਜ਼ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ, ਜੋ ਮਾਮਲੇ ਦੀ ਜਾਂਚ ਕਰ ਰਹੀ ਹੈ। ਕੈਨੇਡਾ ਦੀ ਸਿਹਤ ਏਜੰਸੀ ਕੋਲ ਹੁਣ ਦਸਤਾਵੇਜ਼ ਸੌਂਪਣ ਲਈ 48 ਘੰਟੇ ਦਾ ਸਮਾਂ ਹੈ ਅਤੇ ਸਿਹਤ ਮੰਤਰੀ ਪੈਟੀ ਹਜਟੂ ਵੱਲੋਂ ਆਦੇਸ਼ ਨੂੰ ਮੰਨਣ ਦੇ ਬਾਅਦ 2 ਹਫ਼ਤੇ ਦੇ ਅੰਦਰ ਕਮੇਟੀ ਸਾਹਮਣੇ ਗਵਾਹੀ ਦੇਣ ਲਈ ਬੁਲਾਇਆ ਜਾਵੇਗਾ। ਗੌਰਤਲਬ ਹੈ ਕਿ ਗਲੋਬ ਐਂਡ ਮੇਲ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਦੇਸ਼ ਦੀ ਸਰਬ ਉੱਚ ਸੁਰੱਖਿਆ ਛੂਤਕਾਰੀ ਰੋਗ ਪ੍ਰਯੋਗਸ਼ਾਲਾ ਵਿੱਚ ਕੰਮ ਕਰਨ ਵਾਲੇ ਵਿਗਿਆਨੀ ਚੀਨੀ ਮਿਲਟਰੀ ਖੋਜੀਆਂ ਦੇ ਨਾਲ ਕੰਮ ਕਰ ਰਹੇ ਸਨ ਅਤੇ ਜਾਨਲੇਵਾ ਵਾਇਰਸ ਤੇ ਪ੍ਰਯੋਗ ਕਰ ਰਹੇ ਸਨ। ਐਂਟੀਗੁਆ ਬਰਬੁਡਾ ਮੰਤਰੀ ਮੰਡਲ ਦੀ ਬੈਠਕ ਵਿੱਚ ਇਹ ਫੈਸਲਾ ਹੋਇਆ ਹੈ ਕਿ ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਡੋਮਿਨਿਕਾ ਤੋਂ ਸਿੱਧਾ ਭਾਰਤ ਭੇਜੇ ਜਾਣ ਨੂੰ ਉਹ ਪਹਿਲ ਦੇਵੇਗਾ। ਸਥਾਨਕ ਮੀਡੀਆ ਦੀਆਂ ਖਬਰਾਂ ਵਿੱਚ ਮੰਤਰੀ ਮੰਡਲ ਦੀ ਬੈਠਕ ਦੇ ਵੇਰਵੇ ਸ਼ੁੱਕਰਵਾਰ ਪ੍ਰਕਾਸ਼ਿਤ ਕੀਤੇ ਗਏ। ਇਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਬੁੱਧਵਾਰ ਨੂੰ ਹੋਈ ਬੈਠਕ ਵਿੱਚ ਜਿਨ੍ਹਾਂ ਮਾਮਲਿਆਂ ਤੇ ਚਰਚਾ ਹੋਈ ਉਹਨਾਂ ਵਿੱਚੋਂ ਇੱਕ ਚੌਕਸੀ ਨਾਲ ਸੰਬੰਧਿਤ ਮਾਮਲਾ ਵੀ ਸੀ। ਮੰਤਰੀ ਮੰਡਲ ਦੀ ਰਾਏ ਹੈ ਕਿ ਇਹ ਹੁਣ ਡੋਮਿਨਿਕਾ ਦੀ ਸਮੱਸਿਆ ਹੈ। ਜੇ ਚੌਕਸੀ ਵਾਪਸ ਐਂਟੀਗੁਆ ਆਉਂਦਾ ਹੈ ਤਾਂ ਸਮੱਸਿਆ ਉਸ ਕੋਲ ਪਰਤ ਆਏਗੀ। ਪ੍ਰਧਾਨ ਮੰਤਰੀ ਗਾਸਟੋਨ ਬਰਾਊਨ ਨੇ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿੱਚ ਇਹ ਤੈਅ ਕੀਤਾ ਗਿਆ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਇਹ ਜਾਣਕਾਰੀ ਜਤਾਉਣ ਦਾ ਯਤਨ ਕਰਦੇ ਰਹਿਣ ਕਿ ਚੌਕਸੀ ਕਿਹੜੇ ਹਾਲਾਤਾਂ ਵਿੱਚ ਐਂਟੀਗੁਆ ਤੋਂ ਡੋਮਿਨਿਕਾ ਗਿਆ ਸੀ। ਮੰਤਰੀ ਮੰਡਲ ਦੇ ਮੰਤਰੀਆਂ ਨੇ ਕਿਹਾ ਕਿ ਐਂਟੀਗੁਆ ਬਾਰਬੁਡਾ ਮੰਤਰੀ ਮੰਡਲ ਚਾਹੁੰਦਾ ਹੈ ਕਿ ਚੌਕਸੀ ਨੂੰ ਡੋਮਿਨਿਕਾ ਤੋਂ ਹੀ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਪ੍ਰਾਈਵੇਟ ਹਸਪਤਾਲਾਂ ਤੋਂ ਤੁਰੰਤ ਪ੍ਰਭਾਵ ਨਾਲ ਕੋਵਿਡ ਵੈਕਸੀਨ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਗਏ।
ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਵੱਲੋਂ ਨਿੱਜੀ ਹਸਪਤਾਲਾਂ ਨੂੰ ਇੱਕ ਸਮੇਂ ਦੀ ਸੀਮਤ ਟੀਕਾ ਖੁਰਾਕ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ ਵਾਪਸ ਲੈ ਲਈਆਂ ਗਈਆਂ ਹਨ ਅਤੇ 18 ਤੋਂ 44 ਸਾਲ ਦੇ ਉਮਰ ਸਮੂਹ ਨੂੰ ਸਰਕਾਰੀ ਟੀਕਾਕਰਨ ਕੇਂਦਰਾਂ ਵਿਖੇ ਇਹ ਸਾਰੇ ਵੈਕਸੀਨ ਹੁਣ ਮੁਫਤ ਦਿੱਤੇ ਜਾਣਗੇ। ਸ੍ਰੀ ਸਿੱਧੂ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਲਈ ਸਟੇਟ ਇੰਚਾਰਜ ਸ੍ਰੀ ਵਿਕਾਸ ਗਰਗ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਪ੍ਰਾਈਵੇਟ ਹਸਪਤਾਲਾਂ ਨੂੰ 42000 ਖੁਰਾਕਾਂ ਵੰਡੀਆਂ ਗਈਆਂ, ਜਿਸ ਵਿੱਚੋਂ ਸਿਰਫ 600 ਖੁਰਾਕਾਂ ਲੋਕਾਂ ਨੂੰ ਦਿੱਤੀਆਂ ਗਈਆਂ। ਉਹਨਾਂ ਨੇ ਕਿਹਾ ਕਿ ਸਾਰੇ ਸਿਵਲ ਸਰਜਨਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਕਿਸੇ ਵੀ ਪ੍ਰਾਈਵੇਟ ਹਸਪਤਾਲ ਨੂੰ ਕੋਈ ਨਵੀਂ ਅਲਾਟਮੈਂਟ ਨਾ ਕੀਤੀ ਜਾਵੇ ਅਤੇ ਪ੍ਰਾਈਵੇਟ ਹਸਪਤਾਲਾਂ ਕੋਲ ਮੌਜੂਦ ਵੈਕਸੀਨ ਦੀ ਖੁਰਾਕ ਤੁਰੰਤ ਵਾਪਸ ਲਈ ਜਾਵੇ। ਸ਼੍ਰੀ ਸਿੱਧੂ ਨੇ ਭਰੋਸਾ ਦਿਵਾਇਆ ਕਿ ਜਿਵੇਂ ਪੰਜਾਬ ਸਰਕਾਰ ਕੋਵਿਡ ਦੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਸਾਰੀਆਂ ਇਲਾਜ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ, ਉਸੇ ਤਰ੍ਹਾਂ ਲਾਭਪਾਤਰੀਆਂ ਦਾ ਟੀਕਾਕਰਨ ਮੁਫਤ ਕੀਤਾ ਜਾਵੇਗਾ। ਲੰਗੇਰੀ ਦੇ 3 ਮਹੀਨਾ ਪਹਿਲਾਂ ਰੋਜ਼ੀ ਰੋਟੀ ਲਈ ਰੁਮਾਨੀਆ ਗਏ ਇੱਕ 35 ਸਾਲਾ ਨੌਜਵਾਨ ਦੀ ਉੱਥੇ ਹੀ ਭੇਤਭਰੀ ਹਾਲਤ 'ਚ ਮੌਤ ਹੋ ਜਾਣ ਕਾਰਨ ਪਰਿਵਾਰ ਅਤੇ ਪਿੰਡ ਵਾਸੀ ਆਪਣੇ ਪੁੱਤਰ ਦੀ ਲਾਸ਼ ਪਿੰਡ ਲੰਗੇਰੀ ਲੈ ਕੇ ਆਉਣ ਲਈ ਆਰਥਿਕ ਤੰਗੀ ਕਾਰਨ ਮਾਰੇ ਫਿਰ ਰਹੇ ਨੇ। ਪਰਿਵਾਰ ਨੂੰ ਏਜੰਟ ਦੀ ਭੂਮਿਕਾ ਵੀ ਸ਼ੱਕੀ ਜਾਪ ਰਹੀ ਹੈ। ਰੁਮਾਨੀਆ ਦੇ ਅਧਿਕਾਰੀਆਂ ਦੀ ਅੰਗਰੇਜ਼ੀ ਭਾਸ਼ਾ ਕਾਰਨ ਵੀ ਪਿੰਡ ਵਾਸੀਆਂ ਅਤੇ ਪਰਿਵਾਰ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਲਾਡਲੇ ਦੀ ਲਾਸ਼ ਪਿੰਡ ਲਿਆਉਣ ਲਈ ਕੇਂਦਰ ਅਤੇ ਸੂਬਾ ਸਰਕਾਰ ਪਹਿਲ ਕਰੇ। ਪ੍ਰਾਪਤ ਜਾਣਕਾਰੀ ਅਨੁਸਾਰ ਲੰਗੇਰੀ ਦੇ ਬਜ਼ੁਰਗ ਪਿਤਾ ਸੁਖਦੇਵ ਸਿੰਘ, ਮਾਸਟਰ ਅਵਤਾਰ ਸਿੰਘ ਲੰਗੇਰੀ, ਸਤਪ੍ਰਕਾਸ਼ ਸਿੰਘ, ਆਪ ਆਗੂ ਹਰਮਿੰਦਰ ਬਖਸ਼ੀ, ਅਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਕੁਲਦੀਪ ਸਿੰਘ ਭਾਖੜਾ ਨੰਗਲ ਦੇ ਇੱਕ ਏਜੰਟ ਰਾਹੀਂ 2.5 ਮਹੀਨੇ ਪਹਿਲਾਂ ਰੁਮਾਨੀਆ ਗਿਆ ਸੀ। ਉਹਨਾਂ ਨੇ ਦੱਸਿਆ ਕਿ 30 ਅਪ੍ਰੈਲ ਨੂੰ ਉਹਨਾਂ ਆਪਣੇ ਲਾਡਲੇ ਨਾਲ ਵੀ ਵੀਡੀਓ ਕਾਲ ਕਰਕੇ ਗੱਲ ਕੀਤੀ ਸੀ। ਸ਼ਾਮ ਨੂੰ ਏਜੰਟ ਦਾ ਫੋਨ ਆਇਆ ਕਿ ਕੁਲਦੀਪ ਦੀ ਦਿਲ ਦੀ ਗਤੀ ਰੁਕਣ ਕਾਰਨ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ 2 ਦਿਨ ਬਾਅਦ ਏਜੰਟ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਲਾਸ਼ ਲੰਗੇਰੀ ਲੈ ਕੇ ਆਉਣੀ ਹੈ ਅਤੇ ਉਹ ਹਲਫੀਆ ਬਿਆਨ ਦੇਣ। ਉਹਨਾਂ ਨੇ ਕਿਹਾ ਕਿ ਉਹਨਾਂ ਹਲਫੀਆ ਬਿਆਨ ਵੀ ਭੇਜ ਦਿੱਤਾ। ਉਹਨਾਂ ਨੇ ਦੱਸਿਆ ਕਿ 4 ਅਪ੍ਰੈਲ ਨੂੰ ਏਜੰਟ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਲਾਸ਼ ਭਾਰਤ ਆਉਣ ਲਈ 8-10 ਦਿਨ ਲੱਗ ਜਾਣਗੇ, ਪਰੰਤੂ ਅੱਜ ਤੱਕ ਲਾਸ਼ ਪਿੰਡ ਨਹੀਂ ਆ ਸਕੀ। ਉਹਨਾਂ ਨੇ ਅਪੀਲ ਕੀਤੀ ਕਿ ਸਾਰੇ ਕਾਗਜ਼ ਪੱਤਰ ਭੇਜਣ ਤੋਂ ਬਾਅਦ ਵੀ ਉਹਨਾਂ ਦੇ ਬੇਟੇ ਦੀ ਲਾਸ਼ ਭਾਰਤ ਲਿਆਉਣ ਲਈ ਪੈਸੇ ਦੀ ਲੋੜ ਹੋਣ ਕਾਰਨ ਸਾਰਿਆਂ ਨੇ ਆਪਣੇ ਹੱਥ ਖਿੱਚ ਲਏ। ਉਹਨਾਂ ਨੇ ਦੱਸਿਆ ਕਿ ਰੁਮਾਨੀਆ ਤੋਂ ਆਉਣ ਵਾਲੇ ਫੋਨ ਦੀ ਅੰਗਰੇਜ਼ੀ ਵੀ ਸਮਝ ਨਾ ਆਉਣ ਕਾਰਨ ਉਹਨਾਂ ਦੇ ਬੇਟੇ ਦੀ ਲਾਸ਼ ਭਾਰਤ ਨਹੀਂ ਆ ਰਹੀ। 5G ਨੈਟਵਰਕ ਟੈਕਨੋਲੋਜੀ ਖਿਲਾਫ ਅਦਾਕਾਰਾ ਜੂਹੀ ਚਾਵਲਾ ਵੱਲੋਂ ਦਾਖਲ ਕੀਤੀ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਨੇ ਵੱਡਾ ਝਟਕਾ ਦਿੰਦਿਆਂ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਅਦਾਕਾਰਾ ਨੂੰ 20 ਲੱਖ ਰੁਪਏ ਜੁਰਮਾਨਾ ਵੀ ਕੀਤਾ। ਜਸਟਿਸ JR ਮਿਰਜ਼ਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੂਹੀ ਚਾਵਲਾ ਅਤੇ 2 ਹੋਰਾਂ ਨੇ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਕੀਤੀ ਹੈ ਅਤੇ ਅਦਾਲਤ ਦਾ ਸਮਾਂ ਬਰਬਾਦ ਕੀਤਾ। ਉਹਨਾਂ ਨੇ ਕਿਹਾ ਕਿ ਇਹ ਪਟੀਸ਼ਨ ਦੋਸ਼ਪੂਰਨ ਹੈ ਅਤੇ ਸਿਰਫ ਆਪਣੀ ਵਾਹਵਾਹੀ ਲਈ ਦਾਖਲ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਦੋਸ਼ੀ ਨੌਜਵਾਨ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦਾ ਨਾਮ ਸਲਮਾਨ ਹੈ ਅਤੇ ਉਸਨੇ PCR ਨੂੰ ਫੋਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਦੋਸ਼ੀ ਦੀ ਉਮਰ 22 ਸਾਲ ਹੈ ਤੇ ਉਸਨੂੰ ਖਜੂਰੀ ਖਾਸ ਥਾਣੇ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪਿਛਲੇ ਕਈ ਦਿਨਾਂ ਤੋਂ ਵਿਵਾਦਾਂ 'ਚ ਲੈਂਬਰ ਹੁਸੈਨਪੁਰੀ ਬੀਤੇ ਕੱਲ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਅੱਗੇ ਪੇਸ਼ ਹੋਏ। ਮਹਿਲਾ ਕਮਿਸ਼ਨ ਵੱਲੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ। ਉਸ ਦੇ ਨਾਲ ਉਸਦੀ ਪਤਨੀ ਨੂੰ ਵੀ ਬੁਲਾਇਆ ਗਿਆ ਸੀ, ਪਰ ਉਸਦੀ ਪਤਨੀ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋਈ। ਲੈਂਬਰ ਹੁਸੈਨਪੁਰੀ ਵੱਲੋਂ ਆਪਣੀ ਸਟੇਟਮੈਂਟ ਦਰਜ ਕਰਵਾ ਦਿੱਤੀ ਗਈ ਹੈ, ਜਦਕਿ ਉਸਦੇ ਘਰ ਵਾਲਿਆਂ ਵੱਲੋਂ ਉਸਦੀ ਪਤਨੀ ਦੀ ਸਟੇਟਮੈਂਟ ਅਜੇ ਦਰਜ ਹੋਣੀ ਬਾਕੀ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਅਜਿਹਾ ਨਹੀਂ ਹੈ ਕਿ ਹਮੇਸ਼ਾ ਔਰਤਾਂ ਹੀ ਸਹੀ ਹੋਣ ਅਤੇ ਪੁਰਸ਼ ਹੀ ਗਲਤ ਹੋਵੇ। ਜਦੋਂ ਤੱਕ ਇਹ ਕਮਿਸ਼ਨ ਹੈ ਉਦੋਂ ਤੱਕ ਹਰ ਕਿਸੇ ਨੂੰ ਇਨਸਾਫ ਮਿਲੇਗਾ, ਭਾਵੇਂ ਉਹ ਔਰਤ ਹੋਵੇ ਜਾਂ ਫਿਰ ਪੁਰਸ਼ ਹੋਵੇ। ਇਸ ਦੇ ਨਾਲ ਹੀ ਉਹਨਾਂ ਦੇ ਮੀਡੀਆ ਤੇ ਗੱਲਬਾਤ ਕਰਦੇ ਕਿਹਾ ਕਿ ਬਿਨਾਂ ਚਿਹਰਾ ਬਲਰ ਕੀਤੇ ਹੋਏ ਅਜਿਹੀਆਂ ਖਬਰਾਂ ਨਹੀਂ ਚਲਾਉਣੀਆਂ ਚਾਹੀਦੀਆਂ ਜਿਸ ਨਾਲ ਆਉਣ ਵਾਲੇ ਭਵਿੱਖ 'ਚ ਕਿਸੇ ਦਾ ਵੀ ਕੋਈ ਨੁਕਸਾਨ ਹੋਵੇ। ਹੁਣ ਦੇਖਣਾ ਹੋਵੇਗਾ ਕਿ ਜਦੋਂ ਲੈਂਬਰ ਹੁਸੈਨਪੁਰੀ ਦੀ ਪਤਨੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋਵੇਗੀ ਉਦੋਂ ਇਸ ਦੇ ਉੱਪਰ ਕੀ ਫੈਸਲਾ ਲਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ।